ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ? ਜੇ ਨਹੀਂ ਤਾਂ ਹੁਣੇ ਹੀ ਤੁਰੰਤ youtube.com ਤੇ ਜਾ ਕੇ ਜਾਂ ਆਪਣੀ ਡਿਵਾਈਸ ਵਿੱਚ YouTube ਦੀ ਐਪ ਡਾਊਨਲੋਡ ਕਰਕੇ ਉਹਦੇ ਤੇ ਤੁਸੀਂ ਗੁਰਗਿਆਨ ਟੀਵੀ GURGYAN ਟੀਵੀ ਗੁਰਗਿਆਨ ਟੀਵੀ ਫਾਈਂਡ ਕਰਨਾ। ਉੱਥੇ ਤੁਹਾਨੂੰ ਇਹ ਲੋਗੋ ਦਿਖਾਈ ਦੇਗਾ। ਸਭ ਤੋਂ ਪਹਿਲਾਂ ਗੁਰਗਿਆਨ ਟੀਵੀ ਸਬਸਕ੍ਰਾਈਬ ਕਰ ਦੇਣਾ। ਰੋਜ਼ਾਨਾ ਇੱਕ ਵੀਡੀਓ ਅਪਲੋਡ ਹੁੰਦੀ ਹੈ। 35-40 ਮਿੰਟ ਤੁਸੀਂ ਗੁਰੂ ਦੇ ਪਿਆਰ ਵਿੱਚ ਬੈਠਣਾ ਹੈ, ਪਰਿਵਾਰ ਸਮੇਤ, ਬੱਚਿਆਂ ਸਮੇਤ, ਅਰਥਾਂ ਸਮੇਤ ਸਹਿਜ ਪਾਠ ਕਰਨਾ ਸਭ ਤੋਂ ਸੌਖਾ ਤਰੀਕਾ। ਗੁਰਗਿਆਨ ਟੀਵੀ ਤੇ ਤੁਹਾਨੂੰ ਪਲੇਲਿਸਟ ਮਿਲੇਗੀ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚੋਂ ਸ਼ੁਰੂ ਕਰੋ, ਨਿਤ ਲਾਹਾ ਲਓ, ਨਾਲੇ ਅਰਥ ਸਿੱਖੀਏ, ਗੁਰਮਤਿ ਦੇ ਸਿਧਾਂਤ ਪਤਾ ਲੱਗਣ, ਹੋਰਨਾਂ ਨੂੰ ਪ੍ਰੇਰਿਤ ਕਰੀਏ। ਤੁਹਾਡੇ ਮਿੱਤਰ, ਦੋਸਤ, ਰਿਸ਼ਤੇਦਾਰ, ਭੈਣ ਭਰਾਵਾਂ ਦੇ ਪਰਿਵਾਰ ਵਿੱਚ ਅਗਰ ਕੋਈ ਨਹੀਂ ਕਰ ਰਿਹਾ, ਉਹਨਾਂ ਨੂੰ ਪ੍ਰੇਰਿਤ ਕਰੀਏ। ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਘਰ ਘਰ ਤੱਕ ਪਹੁੰਚਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ, ਰੋਜ਼ਾਨਾ ਤੁਸੀਂ ਉਡੀਕ ਰਹੇ ਹੋ। ਸਹਿਜੇ ਸਹਿਜੇ ਪਹੁੰਚ ਗਏ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 203 ਦੇ ਉੱਪਰ ਅੰਕਿਤ। ਆਓ ਗੁਰੂ ਪਾਤਸ਼ਾਹ ਦੇ ਗੁਰ ਸਰੂਪ ਦੇ ਦੀਦਾਰ ਕਰੀਏ। ਗੁਰੂ ਸਾਹਿਬ ਕਹਿ ਕੀ ਰਹੇ ਨੇ? ਸਤਿਗੁਰੂ ਜੀ, ਗੁਰੂ ਦੀ ਆਵਾਜ਼, ਸਤਿਗੁਰ ਸਰੂਪ ਦੇ ਦੀਦਾਰ ਕਰੀਏ ਜੀ। ਗੌੜੀ ਮਹੱਲਾ ਪੰਜਵਾਂ, ਗੌੜੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਦਾ ਸ਼ਬਦ ਦੋ ਪਦੇ ਦੇ ਰੂਪ ਵਿੱਚ ਹੈ। ਭੁਜ ਬਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲਿਹੋ ਅੰਗੁਰੀਆ ਰਹਾਓ। ਵਾਹਿਗੁਰੂ ਜੀ ਨੂੰ ਕਿਹਾ ਭੁਜ ਬਲ, ਜਿਹਦੀਆਂ ਬਾਹਾਂ ਵਿੱਚ ਸਭ ਤੋਂ ਵੱਡੀ ਸ਼ਕਤੀ ਹੈ, ਸਭ ਤੋਂ ਵੱਡੇ ਸੂਰਮੇ, ਸੁੱਖਾਂ ਦੇ ਸਾਗਰ, ਬ੍ਰਹਿਮੰਡ ਦੀ ਰਚਨਾ ਕਰਨ ਵਾਲੇ ਵਾਹਿਗੁਰੂ ਜੀ, ਅਸੀਂ ਆਪਣੇ ਸੋਚ ਤੇ ਸੁਭਾਅ ਦੇ ਟੋਏ ਵਿੱਚ ਕੁਸੰਗੀ ਪ੍ਰਵਿਰਤੀਆਂ ਤੇ ਕੁਸੰਗੀ ਸੰਸਕਾਰ ਦੇ ਟੋਏ ਵਿੱਚ ਗਿਰ ਰਹੇ ਹਾਂ। ਗਹਿ ਲਿਓ ਅੰਗੂਰੀਆ, ਗਰਤ ਪਰਤ, ਗਰਤ ਹੁੰਦਾ ਹੈ ਸਾਗਰ, ਪਰਤ ਟੋਏ ਵਿੱਚ ਪੈ ਰਹੇ ਹਾਂ, ਡੁੱਬ ਰਹੇ ਹਾਂ, ਡਿੱਗ ਰਹੇ ਹਾਂ। ਗਹਿ ਲਿਓ ਅੰਗੂਰੀਆ, ਉਂਗਲੀ, ਸਾਡੀ ਉਂਗਲੀ ਫੜ ਕੇ ਵਾਹਿਗੁਰੂ ਜੀ ਸਾਨੂੰ ਬਚਾ ਲਓ। ਆਖੋ ਵਾਹਿਗੁਰੂ। ਇਹ ਰਹਾਉ ਪਦਾ ਹੈ, ਇੱਕੋ ਹੀ ਪੰਕਤੀ ਹੈ। ਹੁਣ ਉਂਗਲੀ ਕੀ ਹੈ? ਸਾਡੀ ਸੁਰਤ ਹੈ, ਸਾਡੀ ਮੱਤ ਹੈ। ਰੱਬ ਕਿਵੇਂ ਫੜੇਗਾ? ਸਾਡੀ ਸੁਰਤ ਵਿੱਚ ਚਾਉ ਜਾਗੇਗਾ ਗੁਰੂ ਦੇ ਹੁਕਮ ਮੰਨਣ ਦਾ। ਮੱਤ ਦੇ ਵਿੱਚ ਇੱਕ ਲਗਨ ਜਾਗੇਗੀ, ਸੋਚ ਪੈਦਾ ਹੋਏਗੀ। ਉਹਨੂੰ ਕਹਿੰਦੇ ਨੇ ਵਾਹਿਗੁਰੂ ਜੀ ਨੇ ਉਂਗਲੀ ਫੜ ਲਈ। ਆਖੋ ਵਾਹਿਗੁਰੂ। ਹੁਣ ਆਪਣੀ ਅਵਸਥਾ ਦੱਸਣੀ ਹੈ ਅਸੀਂ ਗੁਰੂ ਦੇ ਅੱਗੇ। ਸਤਿਗੁਰੂ ਸਿਖਾ ਰਹੇ ਨੇ, ਸ਼ਰਵਨ ਨਾ ਸੁਰਤ, ਸ਼ਰਵਨ ਨਾ ਸੁਰਤ, ਨੈਣ ਸੁੰਦਰ ਨਹੀਂ, ਆਰਤ ਦੁਆਰ ਰਟਤ ਪਿੰਗੁਰੀਆ। ਸ਼ਰਵਨ ਸਾਡੇ ਕੰਨ, ਇਹਦੇ 'ਚ ਸੁਰਤ ਨਹੀਂ, ਸੋਝੀ ਨਹੀਂ ਹੈ, ਕੀ ਸੁਣਨਾ ਕੀ ਨਹੀਂ ਸੁਣਨਾ। ਜਿਸ ਤਰ੍ਹਾਂ ਦੇ ਮਾਹੌਲ ਹੁੰਦਾ ਅਸੀਂ ਸਭ ਕੁਝ ਹੀ ਸੁਣੀ ਜਾ ਰਹੇ ਹਾਂ, ਸੋਝੀ ਨਹੀਂ ਹੈ। ਵਾਹਿਗੁਰੂ ਜੀ ਬਹੁਤ ਕੁਛ ਐਸਾ ਸੁਣ ਲੈਂਦੇ ਹਾਂ ਜਿਹਦੇ ਨਾਲ ਸਾਡੀਆਂ ਆਦਤਾਂ, ਸਾਡੇ ਸੰਸਕਾਰ ਉਹ ਬਣ ਜਾਂਦੇ ਨੇ। ਇਸ ਮਾਰਗ ਤੇ ਤੁਰਨਾ ਔਖਾ ਲੱਗ ਰਿਹਾ। ਨੈਣ ਸੁੰਦਰ ਨਹੀਂ, ਸਾਡੀਆਂ ਅੱਖਾਂ ਸੰਸਾਰ ਨੂੰ ਦੇਖਦੀਆਂ ਨੇ, ਨਿਰੰਕਾਰ ਦੇਖਣ ਦੀ ਜੁਗਤ ਨਹੀਂ ਆਈ। ਆਖੋ ਵਾਹਿਗੁਰੂ। ਵਾਹਿਗੁਰੂ ਜੀ
ਨਿਰਹੰਕਾਰ, ਆਕਾਰ ਤੋਂ ਰਹਿਤ, ਗਿਆਨ ਬਣ ਕੇ, ਸੱਚਾ ਗਿਆਨ ਬਣ ਕੇ ਹਰ ਵਰਤਾਰੇ ਵਿੱਚ ਬੈਠੇ ਨੇ। ਸਾਡੀਆਂ ਅੱਖਾਂ ਨੂੰ ਦੇਖਣਾ ਹੀ ਨਹੀਂ ਆਉਂਦਾ। ਵਾਹਿਗੁਰੂ ਜੀ ਗੁਣ ਬਣ ਕੇ ਹਰ ਵਰਤਾਰੇ ਵਿੱਚ, ਹਰ ਜੀਵ ਵਿੱਚ ਬੈਠੇ ਨੇ, ਸਾਨੂੰ ਦੇਖਣਾ ਹੀ ਨਹੀਂ ਆਉਂਦਾ। ਵਾਹਿਗੁਰੂ ਜੀ ਦਾ ਨਿਜ਼ਮ ਸਾਡੇ ਸਾਹਮਣੇ ਵਾਪਰਦਾ, ਸਾਨੂੰ ਦੇਖਣਾ ਹੀ ਨਹੀਂ ਆਉਂਦਾ। ਕੰਨਾਂ ਵਿੱਚ ਸੁਣਨ ਦੀ ਸੋਝੀ ਨਹੀਂ, ਅੱਖਾਂ ਵਿੱਚ ਦੇਖਣੀਆਂ ਨਹੀਂ ਆਉਂਦੇ ਅੱਖਾਂ ਨੂੰ, ਅੱਖਾਂ ਸੋਹਣੀਆਂ ਨਹੀਂ, ਆਖੋ ਵਾਹਿਗੁਰੂ। ਆਰਤ ਦੁਖੀ ਹਾਂ, ਆਰਤ ਦੁਖੀ ਹੁੰਦਾ ਹੈ ਤੇ ਆਰਤੀ ਦੁਖੀ ਮਨ ਦੀ ਰੱਬ ਦੇ ਅੱਗੇ ਤੜਫ ਭਰੀ ਅਰਦਾਸ ਹੁੰਦੀ ਹੈ। ਆਰਤੀ, ਆਰਤ ਦੁਖੀ, ਆਰਤਾ ਬਹੁਤ ਵੱਡੇ ਦੁੱਖ ਵਿੱਚ। ਭਗਤ ਧੰਨਾ ਜੀ ਨੇ ਕੋਈ ਸ਼ਬਦ ਉਚਾਰਨ ਕੀਤਾ ਆਰਤਾ, ਉਹਦਾ ਸੰਬੰਧ ਆਰਤੀ ਨਾਲ ਕੋਈ ਨਹੀਂ, ਪਰ ਅਸੀਂ ਪਤਾ ਨਹੀਂ ਕਿਉਂ ਗੁਟਕੇ ਜਿਨ੍ਹਾਂ ਨੇ ਬਣਾਏ ਉਹਨਾਂ ਆਰਤੀ ਨਾਲ ਜੋੜ ਦਿੱਤਾ ਤੇ ਅਸੀਂ ਆਰਤੀ ਆਰਤਾ। ਪਿੰਡਾਂ 'ਚ ਬੜੇ ਮਾਣ ਨਾਲ ਬਜ਼ੁਰਗ ਕਹਿੰਦੇ ਸੀ ਬਈ ਲੋਕਾਂ ਦੀ ਆਰਤੀ ਧੰਨੇ ਭਗਤ ਦਾ ਆਰਤਾ, ਅਸੀਂ ਉੱਦਾਂ ਹੀ ਮੰਨ ਲੈਂਦੇ ਸੀ ਵੀ ਪਤਾ ਨਹੀਂ ਆਰਤੀ ਆਰਤਾ ਭੈਣ ਭਰਾ ਹੋਣਗੇ ਜਾਂ ਆਰਤੀ ਪਤਨੀ ਆਰਤਾ ਪਤੀ ਹੋਏਗਾ। ਐਸਾ ਨਹੀਂ ਹੈ। ਉਹ ਧੰਨਾ ਭਗਤ ਜੀ ਨੇ ਕਿਹੜੇ ਦੁੱਖ ਦੀ ਵਿਆਖਿਆ ਕੀਤੀ ਹੈ, ਉਸ ਸ਼ਬਦ ਵਿੱਚ ਵਿਚਾਰਾਂਗੇ। ਅਸੀਂ ਉਸ ਸ਼ਬਦ ਨੂੰ ਹੋਰੀ ਤਰੀਕੇ ਨਾਲ ਲੈ ਰਹੇ ਹਾਂ, ਕਿਉਂਕਿ ਕੱਲ੍ਹ ਦੇ ਐਪੀਸੋਡ ਵਿੱਚ ਮੈਂ ਬੇਨਤੀ ਕੀਤੀ ਸੀ, ਜਦੋਂ ਬੰਦਾ ਕੋਈ ਸਟਾਰਟਿੰਗ 'ਤੇ ਧਰਮ ਵੱਲ ਤੁਰਦਾ ਹੈ ਨਾ, ਅੱਗੋਂ ਕੋਈ ਅਧੂਰੀ ਜਾਣਕਾਰੀ ਦੇ ਰਾਹੀਂ ਧਰਮ ਸਿਖਾਉਂਦਾ ਹੈ ਤੇ ਉਹੀ ਅੰਦਰ ਵਸ ਜਾਂਦੀ ਹੈ। ਆਰਤ ਹਾਂ, ਦੁਖੀ ਹਾਂ ਵਾਹਿਗੁਰੂ ਜੀ। ਕਿਸ ਕਰਕੇ ਦੁਖੀ ਹਾਂ? ਕਿਉਂਕਿ ਕੰਨਾਂ ਵਿੱਚ ਸੋਝੀ ਨਹੀਂ, ਮੈਂ ਕੀ ਸੁਣਨਾ ਕੀ ਨਹੀਂ। ਮੇਰੀਆਂ ਅੱਖਾਂ ਸੁੰਦਰ ਨਹੀਂ ਹੈ, ਇਹਨਾਂ ਨੂੰ ਦੇਖਣਾ ਨਹੀਂ ਆਉਂਦਾ ਵਾਹਿਗੁਰੂ ਜੀ ਦੇ ਝਲਕਾਂ ਨੂੰ। ਦੁਖੀ ਹਾਂ ਵਾਹਿਗੁਰੂ ਜੀ, ਤੁਹਾਡੇ ਦੁਆਰੇ ਤੇ ਆਇਆ ਰਟਤ ਪਿੰਗੁਰੀਆ। ਰਟਤ ਹੁੰਦਾ ਮੈਂ ਬੇਨਤੀ ਕਰਦਾ, ਬੋਲਦਾ, ਰਟ ਰਿਹਾ, ਬਾਰ-ਬਾਰ ਕਹਿ ਰਿਹਾ, ਬਾਰ-ਬਾਰ ਮੰਗ ਰਿਹਾ। ਪਿੰਗੁਰੀਆ, ਪਿੰਗਲਾ ਹੋ ਗਿਆ, ਮੇਰੇ ਚਰਨਾਂ ਨੂੰ ਰੱਬ ਦੇ ਮਾਰਗ ਤੇ ਤੁਰਨਾ ਨਹੀਂ ਆਉਂਦਾ। ਉਹ ਪਿੰਗਲਾ ਕਿਹੜਾ ਹੈ? ਉਹਦੀ ਵਿਆਖਿਆ ਪਿੱਛੇ ਇੱਕ ਐਪੀਸੋਡ ਵਿੱਚ ਆਈ ਸੀ। ਭੈ ਕੇ ਚਰਨ ਕਰ ਭਾਵ ਕੇ, ਜਿਹਦੇ ਅੰਦਰ ਰੱਬ ਦਾ ਭੈ ਨਹੀਂ ਹੈ, ਗੁਰੂ ਦਾ ਭੈ ਨਹੀਂ ਹੈ, ਰੱਬੀ ਭੈ, ਅਦਬ ਸਤਕਾਰ ਨਹੀਂ ਹੈ, ਕੌਨਸ਼ੀਅਸਨੈਸ ਨਹੀਂ ਹੈ, ਉਹ ਪਿੰਗਲਾ ਹੈ, ਨਹੀਂ ਤੁਰ ਸਕੇਗਾ ਇਸ ਮਾਰਗ ਤੇ। ਹੁਣ ਉਹ ਜੋ ਰਟਤ ਹੈ, ਬਾਰ-ਬਾਰ ਮੈਂ ਬੇਨਤੀ ਕਰਦਾ, ਕਿਹੜੀ? ਦੀਨਾ ਨਾਥ ਅਨਾਥ ਕਰਨਾ ਮੈਂ, ਸਾਜਨ ਮੀਤ ਪਿਤਾ ਮਹਿ ਤਰੀਆ। ਇਹ ਨਿਮਾਣਿਆਂ ਤੇ ਕਿਰਪਾ ਕਰਨ ਵਾਲੇ ਵਾਹਿਗੁਰੂ ਜੀ, ਅਨਾਥਾਂ ਦੇ ਮਾਲਕ ਹੋਣ, ਜਿਨ੍ਹਾਂ ਦਾ ਕੋਈ ਨਹੀਂ ਹੁੰਦਾ, ਉਹਨਾਂ ਦੇ ਤੁਸੀਂ ਹੋ। ਕਿਰਪਾ ਕਰੋ, ਬਖਸ਼ਿਸ਼ ਦਿਓ। ਬਖਸ਼ਿਸ਼ ਮੰਗੀ ਗਈ। ਹੁਣ ਇਸ ਬਖਸ਼ਿਸ਼ ਨੂੰ, ਇਸ ਕਰਣਾ ਨੂੰ, ਕਰਣਾ ਬਖਸ਼ਿਸ਼ ਹੈ, ਕਿਹਦੇ ਨਾਲ ਜੋੜੋਗੇ? ਬਖਸ਼ਿਸ਼ ਦਿਓ ਤਾਂ ਕਿ ਮੈਨੂੰ ਸੁਣਨ ਦੀ ਸੋਝੀ ਆ ਜਾਵੇ, ਕੀ ਸੁਣਨਾ ਕੀ ਨਹੀਂ। ਰਬਨ ਨਾ ਸੁਰਤ, ਬਖਸ਼ਿਸ਼ ਦਿਓ ਮੈਨੂੰ ਇਹ ਸੋਝੀ ਆ ਜਾਵੇ, ਤੁਸੀਂ ਗਿਆਨ ਬਣ ਕੇ ਹਰ ਵਰਤਾਰੇ ਵਿੱਚ ਬੈਠੇ ਹੋ, ਮੈਨੂੰ ਦੇਖਣਾ ਆ ਜਾਵੇ। ਗੁਣ ਬਣ ਕੇ ਹਰ ਵਰਤਾਰੇ 'ਚ ਬੈਠੇ ਹੋ, ਮੈਨੂੰ ਗੁਣ ਦੇਖਣੇ ਆ ਜਾਣ। ਤੁਹਾਡਾ ਨਿਜ਼ਮ ਹਰ ਵਰਤਾਰੇ ਚੱਲ ਰਿਹਾ, ਮੈਨੂੰ ਗੁਣ ਨਿਜ਼ਮ ਨੂੰ ਸਮਝਣਾ ਆ ਜਾਵੇ ਤੇ ਮੇਰੇ ਅੰਦਰ ਰੱਬੀ ਭੈ ਦੇ ਚਰਨ ਨਹੀਂ ਹੈ ਤੇ ਪਿੰਗਲਾ ਹਾਂ, ਉਹ ਭੈ ਆ ਜਾਵੇ। ਆ ਮੰਗਿਆ ਗਿਆ ਕਰਨਾ ਮੈਂ। ਤੁਸੀਂ ਮੇਰੇ ਸਾਜਨ ਹੋ, ਮੀਤ ਹੋ, ਸਭ ਤੋਂ ਕਲੋਜ਼ ਹੋ। ਪਿਤਾ ਮਹਿਤਰੀਆ, ਤੁਸੀਂ ਮੇਰੇ ਮਾਈ ਬਾਪ ਹੋ, ਮੇਰੇ ਮਾਪੇ ਹੋ, ਮਾਤਾ ਪਿਤਾ ਹੋ ਵਾਹਿਗੁਰੂ ਜੀ। ਚਰਨ ਕਮਲ ਹਿਰਦੈ ਗਹਿ ਨਾਨਕ, ਪੈ ਸਾਗਰ ਸੰਤ ਪਾਰੇ ਉਤਰੀਆ। ਚਰਨ ਕਮਲ, ਰੱਬ ਦੇ ਚਰਨ ਕਮਲ ਰੱਬੀ ਉਪਦੇਸ਼ ਨੇ। ਗੁਰੂ ਦੇ ਚਰਨ ਕਮਲ ਵੀ ਗੁਰੂ ਦੇ ਉਪਦੇਸ਼ ਨੇ, ਗੁਰੂ ਦੇ ਉਪਦੇਸ਼ ਰੱਬੀ ਉਪਦੇਸ਼ ਹੈ। ਫਿਰ ਚਰਨ ਕਮਲ ਨੇ ਗੁਣ, ਉਹਨਾਂ ਉਪਦੇਸ਼ ਰਾਹੀਂ ਗੁਣ ਪੈਦਾ ਹੋਣੇ ਨੇ, ਹਿਰਦੇ ਵਿੱਚ ਵਸ ਜਾਣ। ਚਰਨ ਕਮਲ ਹਿਰਦੈ ਗਹਿ ਨਾਨਕ, ਭੈ ਸਾਗਰ, ਐਵੇਂ ਛੋਟੀ ਛੋਟੀ ਚਿੰਤਾ ਦੇ ਭੈ ਵਿੱਚ ਗੁਰੂ ਦੇ ਮਾਰਗ ਤੇ ਨਹੀਂ ਤੁਰ ਰਿਹਾ। ਭੈ ਦੇ ਸਾਗਰ ਨੂੰ ਪਾਰ ਕਰਨਾ ਸੌਖਾ ਹੋ ਜਾਏਗਾ ਜੇ ਗੁਰੂ ਸਾਹਿਬ ਕਿਰਪਾ ਕਰਨਗੇ। ਸੰਤ ਪਾਰ ਉਤਰੀਆ, ਗੁਰੂ ਸੰਤ ਹੈ, ਸਭ ਤੋਂ ਵੱਡੇ ਮਹਾਂਪੁਰਸ਼ ਨੇ ਤੇ ਗੁਰੂ ਸਾਹਿਬ ਉਪਦੇਸ਼ ਦੇ ਕੇ ਜੀਵਨ ਜਿਉਣਾ ਸਿਖਾਉਂਦੇ ਨੇ। ਆਖੋ ਵਾਹਿਗੁਰੂ। ਰਾਗ ਗੌੜੀ ਬੈਰਾਗਣ ਮਹੱਲਾ ਪੰਜਵਾਂ।
ਗੌੜੀ ਰਾਗ ਹੈ, ਬੈਰਾਗਣ ਗੌੜੀ ਦੀ ਕਿਸਮ ਹੈ। ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ। ਅਗਲਾ ਸ਼ਬਦ 5 ਪਦਿਆਂ ਦਾ ਹੈ। ਸਟਾਰਟਿੰਗ ਤੇ ਮੂਲ ਮੰਤਰ ਦਾ ਸੰਖੇਪ ਰੂਪ ਹੈ, ਏਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਸਰੂਪ ਦੀ ਕਿਰਪਾ ਹੋਵੇ ਤੇ ਵਾਹਿਗੁਰੂ ਜੀ ਦਾ ਪਿਆਰ, ਵਾਹਿਗੁਰੂ ਜੀ ਦਾ ਮਾਰਗ, ਵਾਹਿਗੁਰੂ ਜੀ ਦੀ ਬਖਸ਼ਿਸ਼, ਮਿੱਠੀ ਮਿੱਠੀ ਯਾਦ, ਭੈ ਭਾਵਨੀ, ਸ਼ੁਕਰਾਨਾ ਅੰਦਰ ਪੈਦਾ ਹੁੰਦਾ ਹੈ। ਦਇਓ ਗੋਸਾਈ ਮੀਤੁਲਾ, ਤੂੰ ਸੰਗ ਹਮਾਰਾ ਬਾਸ ਜਿਉ ਰਹਾਓ। ਦਇਓ ਤਰਸ ਕਰਨ ਵਾਲੇ, ਗੋਸਾਈ ਮਾਲਕ, ਇਹ ਤਰਸ ਕਰਨ ਵਾਲੇ ਕਿਰਪਾਲੂ ਮਾਲਕ ਵਾਹਿਗੁਰੂ ਜੀ, ਤੁਸੀਂ ਸਾਡੇ ਮਿੱਤਰ ਹੋ ਮੀਤਲਾ। ਕਿਰਪਾ ਕਰੋ ਹਰ ਵੇਲੇ ਮਹਿਸੂਸ ਹੋਵੇ, ਸੋਝੀ ਆ ਜਾਵੇ, ਸੰਗ ਹਮਾਰਾ ਬਸ ਜੀਓ, ਤੁਸੀਂ ਸਾਡੇ ਅੰਗ ਸੰਗ ਵਸਦੇ ਹੋ। ਤੁਹਾਡੇ ਤੋਂ ਬਿਨਾਂ ਜਿਉਂ ਨਹੀਂ ਜਾ ਸਕਦਾ, ਇਹ ਰਹਾਉ ਪਤਾ ਹੈ, ਸੈਂਟਰਲ ਆਈਡੀਆ। ਤੁਝ ਬਿਨ ਘਰੀ ਨਾ ਜੀਵਨਾ, ਤ੍ਰਿਗ ਰਹਿਣਾ ਸੰਸਾਰ। ਅੰਦਰ ਇਹ ਅਵਸਥਾ ਹੈ ਵਾਹਿਗੁਰੂ ਜੀ, ਤੁਹਾਡੇ ਤੋਂ ਬਿਨਾਂ ਇੱਕ ਘੜੀ ਵੀ ਜੋ ਜੀਵਨ ਹੈ ਨਾ, ਤਿਰਗ ਹੈ। ਇਸ ਸੰਸਾਰ ਦੇ ਉੱਪਰ ਤੇਰੀ ਯਾਦ, ਤੇਰੀ ਭੈ ਭਾਵਨੀ ਤੋਂ ਬਿਨਾਂ ਇੱਕ ਘੜੀ ਵੀ ਰਹਿਣਾ ਵਾਹਿਗੁਰੂ ਜੀ, ਤਿਰਗ ਹੈ। ਤਿਰਗ ਰਹਿਣਾ ਸੰਸਾਰ। ਇਸ ਸੰਸਾਰ ਵਿੱਚ ਜਿਉਣਾ, ਉਹ ਜਿਉਣਾ ਕਾਹਦਾ ਹੋਇਆ ਜੇ ਅੰਦਰ ਰੱਬੀ ਪਿਆਰ ਨਹੀਂ। ਉਹ ਜਿਉਣਾ ਵੀ ਕਾਹਦਾ ਜਿਉਣਾ ਹੈ ਜੇ ਅੰਦਰ ਰੱਬੀ ਭੈ ਨਹੀਂ, ਰੱਬ ਦੇ ਉਪਦੇਸ਼ ਨਹੀਂ, ਰੱਬੀ ਮਾਰਗ ਤੇ ਤੁਰਨ ਦਾ ਜਜ਼ਬਾ ਨਹੀਂ, ਪ੍ਰੈਕਟੀਕਲ ਜੀਵਨ ਨਹੀਂ। ਇੱਕ ਘੜੀ ਵੀ ਸੰਸਾਰ ਤੇ ਜਿਉਣਾ ਤਿਰਗ ਹੈ। ਇਹਨੂੰ ਬੈਰਾਗ ਕਹਿੰਦੇ ਨੇ। ਸੱਚਮੁੱਚ ਹੀ ਅੰਦਰ ਹੋਵੇ ਤੇ ਭੁੱਬ ਨਿਕਲਦੀ ਆਖੋ ਵਾਹਿਗੁਰੂ। ਜੀ ਪ੍ਰਾਣ ਸੁਖ ਦਾਤਿਆ, ਨਿਮਕ ਨਿਮਕ ਬਲਿਹਾਰ ਜੀ। ਹੈ ਵਾਹਿਗੁਰੂ ਜੀ, ਤੁਸੀਂ ਸਾਡੀ ਆਤਮਿਕ ਜੀਵਨ ਨੂੰ ਗੁਰੂ ਉਪਦੇਸ਼ ਦੇ ਪ੍ਰਾਣ ਦੇਣ ਵਾਲੇ, ਬਖਸ਼ਿਸ਼ ਦੇਣ ਵਾਲੇ, ਆਤਮਿਕ ਸੁਖ ਦੇਣ ਵਾਲੇ ਦਾਤੇ ਹੋ। ਨਿਮਕ ਨਿਮਕ ਮੈਂ ਹਰ ਪਲ ਹਰ ਸੈਕਿੰਡ ਤੁਹਾਡੇ ਤੋਂ ਬਲਿਹਾਰ ਜਾਂਦਾ ਹਾਂ। ਭਾਵ ਜੀਵਨ ਰੱਬ ਨੂੰ ਸਮਰਪਿਤ ਹੋ ਕੇ, ਆਪਾ ਵਾਰ ਕੇ, ਗੁਰੂ ਨੂੰ ਆਪਾ ਵਾਰ ਕੇ ਜੀਵਨ ਜਿਉਣ ਦੀ ਅੰਦਰ ਅਵਸਥਾ, ਜਜ਼ਬਾ, ਲਗਨ, ਪਿਆਸ, ਤੜਫ ਹੈ। ਹਸਤ ਅਲੰਬਨ ਦੇਹੋ ਪ੍ਰਭ, ਗਰਤਹੁ ਉਦਰ ਗੋਪਾਲ। ਹਸਤ, ਹੱਥ, ਅਲੰਬਨ, ਹੱਥ ਦੇ ਕੇ ਵਾਹਿਗੁਰੂ ਜੀ। ਅਲੰਬਨ ਹੁੰਦਾ ਸਹਾਰਾ। ਬੰਬੇ ਵਰਗੇ ਸ਼ਹਿਰ ਵਿੱਚ ਜਿਹੜੀਆਂ ਛੋਟੀਆਂ ਛੋਟੀਆਂ ਸ਼ਿਪ ਜਾਂਦੀਆਂ ਨਾ, 2 ਤਰ੍ਹਾਂ ਦੀ ਸ਼ਿਪ ਉੱਥੇ ਹੈ ਜਿਹੜੀ ਅੰਦਰ ਘੁੰਮਣ ਵਾਸਤੇ। ਇੱਕ ਹੈਗੀ ਹੈ ਅੱਧੇ ਪੌਣੇ 1 ਘੰਟੇ ਦਾ ਗੇੜਾ ਸਮੁੰਦਰ 'ਚ ਲਾ ਕੇ ਵਾਪਸ ਲਿਆਉਂਦੇ ਨੇ। ਇੱਕ 2-2.5 ਘੰਟਿਆਂ ਦਾ ਹੈ, ਉੱਥੇ ਐਲੀਫੈਂਟਾ ਕੇਵ ਤੱਕ ਜਾਂਦੀ ਹੈ, ਉੱਥੋਂ ਫਿਰ ਵਾਪਸ ਆਉਂਦੀ ਹੈ। ਉਹ ਸਮੁੰਦਰ ਦੇ ਕਿਨਾਰੇ 'ਤੇ ਨਾਲ ਲਾ ਦਿੰਦੇ ਨੇ। ਉਹਨੂੰ ਸਪੋਰਟ ਕੋਈ ਨਹੀਂ ਹੁੰਦੀ, ਥੋੜ੍ਹੀ ਜਿਹੀ ਬੰਨੀ ਹੁੰਦੀ ਹੈ ਪਾਸਿਆਂ ਤੋਂ, ਉਹਦੇ ਟਾਇਰ ਹੁੰਦੇ ਨੇ ਅਤੇ ਉਹ 1.5 ਫੁੱਟ ਦਾ ਗੈਪ ਹੁੰਦਾ ਹੈ ਅਤੇ ਉਹ ਹਲਦੀ ਰਹਿੰਦੀ ਹੈ। ਉਹ ਅਣਜਾਣ ਜਿਹੜਾ ਹੈ ਕਿਤੇ ਡਿੱਗ ਨਾ ਪਵੇ, ਜੋ ਹੱਲੇ ਅਤੇ ਕਿਤੇ ਪਿੱਛੇ ਤੋਂ ਡਿੱਗ ਨਾ ਪਵੇ ਤਿਲਕ ਕੇ। ਉਹ ਜਿਹੜੇ ਵਿੱਚ ਖੜੇ ਹੁੰਦੇ ਨੇ ਨਾ, ਉਹ ਇੱਦਾਂ ਹੱਥ ਕਰਦੇ ਨੇ ਅਤੇ ਕਹਿੰਦੇ ਹੱਥ ਦੇ, ਹੱਥ ਦੇ। ਉਹ ਫਿਰ ਉਹਦਾ ਹੱਥ ਫੜਦੇ ਆ ਤਾਂ ਚੜ੍ਹ ਜਾਂਦੇ ਆ। ਉਹ ਹੱਥ ਦੇ ਦਾ ਅਰਥ ਹੈ ਹਸਤ ਅਲੰਬਨ। ਵਾਹਿਗੁਰੂ ਜੀ, ਤੁਸੀਂ ਆਪਣੇ ਹੱਥ ਦਾ ਸਹਾਰਾ ਦੇ ਦਿਓ। ਭਾਵ ਅੰਦਰ ਜਜ਼ਬਾ ਬਣਾ ਕੇ ਰੱਖੋ ਵਾਹਿਗੁਰੂ ਜੀ, ਅੰਦਰ ਲਗਨ ਬਣਾ ਕੇ ਰੱਖੋ, ਅੰਦਰ ਪ੍ਰੀਤ ਬਣਾ ਕੇ ਰੱਖੋ। ਗਰਤਹੁ, ਅਸੀਂ ਆਪਣੇ ਸੁਭਾਅ ਸੋਚ ਦੇ ਟੋਏ ਵਿੱਚ ਡੁੱਬਦੇ ਹਾਂ, ਬਾਰ-ਬਾਰ ਡੁੱਬਦੇ ਹਾਂ ਵਾਹਿਗੁਰੂ ਜੀ। ਹੱਥ ਦਾ ਸਹਾਰਾ ਦੇ ਕੇ ਹਸਤ ਅਲੰਬਨ ਦੇਹੁ ਪ੍ਰਭ, ਗਰਤਹੁ, ਡਿੱਗ ਰਹੇ ਆਪਣੇ ਸੁਭਾਅ ਸੋਚ ਦੇ ਦਾਇਰੇ ਵਿੱਚ। ਉਧਰ ਗੋਪਾਲ, ਇਸ ਟੋਏ ਵਿੱਚੋਂ ਸਾਨੂੰ ਬਚਾ ਲਓ ਗੋਪਾਲ ਵਾਹਿਗੁਰੂ ਜੀ। ਮੋਹਿ ਨਿਰਗੁਣ ਮਤ ਥੋਰੀਆ, ਤੂੰ ਸਦ ਹੀ ਦੀਨ ਦਇਆਲ। ਵਾਹਿਗੁਰੂ ਜੀ, ਸਾਡੀ ਮੱਤ ਛੋਟੀ ਹੈ, ਸਾਡੀ ਸੋਚ ਛੋਟੀ ਹੈ, ਸਾਡੇ ਨਿਸ਼ਾਨੇ ਛੋਟੇ ਨੇ, ਸਾਡਾ ਦਾਇਰਾ ਬਹੁਤ ਛੋਟਾ ਹੈ, ਅਸੀਂ ਨਿਰਗੁਣਿਆਰੇ ਹਾਂ। ਤੁਸੀਂ ਸਦਾ ਦੀਨਾਂ 'ਤੇ ਦਇਆ ਕਰਨ ਵਾਲੇ ਹੋ ਵਾਹਿਗੁਰੂ ਜੀ। ਕਿਰਪਾ ਕਰੋ ਇਹ ਮੱਤ ਗੁਰਮਤ ਬਣ ਜਾਵੇ, ਵਿਜ਼ਨ ਡਬਲ ਹੋ ਜਾਵੇ, ਨਿਸ਼ਾਨਾ ਡਬਲ ਹੋ ਜਾਵੇ। ਪਰਿਵਾਰ ਵੀ ਪਾਲਣਾ ਹੈ, ਬੱਚੇ ਵੀ ਪਾਲਣੇ ਨੇ, ਕਾਰੋਬਾਰ ਵੀ ਕਰਨਾ ਹੈ, ਪਰਉਪਕਾਰ ਵੀ ਕਰਨਾ। ਆਖੋ ਵਾਹਿਗੁਰੂ, ਛੋਟੀ ਮੱਤ ਵੱਡੇ ਨਿਸ਼ਾਨਿਆਂ ਵਾਲੀ ਬਣ ਜਾਵੇ। ਕਿਆ ਸੁਖ ਤੇਰੇ ਸੰਭਲਾਂ, ਕਵਨ ਵਿਧੀ ਵਿਚਾਰ। ਵਾਹਿਗੁਰੂ ਜੀ,
ਤੇਰੇ ਕਿਹੜੇ ਕਿਹੜੇ ਦਿੱਤੇ ਹੋਏ ਸੁੱਖਾਂ ਨੂੰ ਯਾਦ ਕਰਾਂ, ਕਿਹੜੀ ਵਿਧੀ ਨਾਲ ਵਿਚਾਰ ਕਰਾਂ। ਤੁਸੀਂ ਬਹੁਤ ਦਿੱਤਾ ਹੈ, ਬਹੁਤ ਦਿੱਤਾ ਹੈ, ਬਹੁਤ ਦਿੱਤਾ ਹੈ ਵਾਹਿਗੁਰੂ ਜੀ। ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ। ਰਾਤ ਨੂੰ ਸੋਹਿਲਾ ਸਾਹਿਬ ਦਾ ਪਾਠ ਕਰਦੇ ਹਾਂ। ਗੁਰੂ ਸਾਹਿਬ ਸਿਖਾਉਂਦੇ ਨੇ, ਤੇਰੇ ਦਾਨਾ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸ਼ੁਮਾਰ। ਉਸ ਬੇਅੰਤ ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਦੀ ਤੇਰੇ ਤੋਂ ਕੀਮਤ ਨਹੀਂ ਪਾਈ ਜਾਣੀ। ਇੰਨੀਆਂ ਦਾਤਾਂ ਉਹਨੇ ਦਿੱਤੀਆਂ ਨੇ, ਤੈਨੂੰ ਸਮਝ ਹੀ ਨਹੀਂ ਆ ਰਹੀ। ਉੱਥੇ ਸਿਖਾਇਆ ਗਿਆ ਤੇ ਜ਼ਿੰਦਗੀ ਜਿਉਣੀ ਹੈ ਇਸ ਭਾਵਨਾ ਵਿੱਚ ਕਿ ਵਾਹਿਗੁਰੂ ਜੀ, ਮੈਂ ਕਿਹੜੇ ਕਿਹੜੇ ਤੇਰੇ ਆਤਮਿਕ ਸੁੱਖ ਯਾਦ ਕਰਾਂ, ਸੰਭਲਾਂ। ਕਵਨ ਵਿਧੀ ਵਿਚਾਰ, ਕਿਵੇਂ ਮੈਂ ਵਿਚਾਰ ਕਰਾਂ। ਸ਼ਰਨ ਸਮਾਈ ਦਾਸ ਹਿਤ, ਉੱਚੇ ਅਗਮ ਅਪਾਰ ਹੈ। ਉੱਚੇ ਅਗਮ ਵਾਹਿਗੁਰੂ ਜੀ, ਤੁਹਾਡੀ ਸ਼ਰਨ ਦੇ ਵਿੱਚ ਸਮਾਇਆ ਰਵਾਂ, ਦਾਸ ਬਣਨ ਦੇ ਲਈ, ਦਾਸ ਹਿਤ। ਐਸਾ ਤੁਹਾਡੇ ਨਾਲ ਪਿਆਰ ਹੋਵੇ, ਸੇਵਕ ਬਣ ਕੇ ਤੁਹਾਡੀ ਸ਼ਰਨ ਦੇ ਵਿੱਚ ਗੁਰੂ ਦੇ ਮਾਰਗ ਤੇ ਆਪਾ ਵਾਰ ਦੇ ਮਾਖੋ ਵਾਹਿਗੁਰੂ। ਐਸੀ ਭਾਵਨਾ ਗੁਰੂ ਪਾਤਸ਼ਾਹ ਸਾਡੇ ਅੰਦਰ ਬਣਾਉਣਾ ਚਾਹੁੰਦੇ ਨੇ। ਸਗਲ ਪਦਾਰਥ ਅਸ਼ਟ ਸਿੱਧ, ਨਾਮ ਮਹਾਰਸ ਮਾਹੇ। ਫਿਰ ਇਹ ਆਪਾ ਵਾਰਨ ਦੀ ਜ਼ਿੰਦਗੀ ਜਿਉਣ ਵਾਸਤੇ ਰੱਬ ਦਾ ਜੋ ਗਿਆਨ ਹੈ, ਗੁਰੂ ਦਾ ਉਪਦੇਸ਼ ਹੈ, ਉਹਨੂੰ ਮੰਨਣਾ, ਪ੍ਰੈਕਟੀਕਲ ਜਿਉਣਾ ਹੈ। ਉਹਦੇ 'ਚੋਂ ਜਿਹੜਾ ਰਸ ਹੋਣਾ ਮਹਾਰਸ ਹੈ। ਇਹਦੇ ਮੁਕਾਬਲੇ ਤੇ ਸਗਲ ਪਦਾਰਥ, ਜਿਹਨੂੰ 9 ਨਿਧੀਆਂ ਕਿਹਾ, ਅਸ਼ਟ ਸਿੱਧ, ਸਿੱਧੀਆਂ, 8 ਸਿੱਧੀਆਂ ਵੀ ਕਹਿੰਦੇ ਨੇ, 18 ਵੀ ਕਹਿੰਦੇ ਨੇ। ਯਾਨੀ ਦੁਨੀਆ ਦੀਆਂ ਪ੍ਰਾਪਤੀਆਂ ਦੇ ਇਸ ਦੇ ਮੁਕਾਬਲੇ ਤੇ ਕੁਝ ਵੀ ਨਹੀਂ, ਤੁੱਛ ਨੇ। ਸਭ ਤੋਂ ਵੱਡੀ ਦਾਤ ਹੈ ਤੇਰੇ ਉਪਦੇਸ਼ ਮੰਨਣ ਦੀ, ਗਿਆਨ ਰੂਪੀ ਨਾਮ ਦਾ ਰਸ ਤੇ ਤੇਰੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ, ਭੈ ਭਾਵਨੀ ਸ਼ੁਕਰਾਨੇ ਵਿੱਚ ਜਿਉਣ ਦਾ ਜੋ ਰਸ ਹੈ, ਉਹ ਸਭ ਤੋਂ ਮਹਾਨ ਹੈ, ਮਹਾਰਸ। ਤੋ ਪ੍ਰਸੰਨ ਭਏ ਕੇਸਵਾ, ਸੇ ਜਨ ਹਰ ਗੁਣ ਗਾਏ। ਸੇ ਜਨ ਹਰ ਗੁਣ ਗਾਹੇ। ਰੱਬ ਦੇ ਗੁਣਾਂ ਨੂੰ ਕੌਣ ਗਾਉਂਦੇ ਨੇ? ਤਾਂ ਯਾਦ ਹੈ ਨਾ, ਗੁਣਾਂ ਵਾਲਾ ਜੀਵਨ ਜਿਉਣਾ, ਗੁਣਾਂ ਨਾਲ ਪਰਉਪਕਾਰ ਕਰਨਾ, ਗੁਣਾਂ ਦੀਆਂ ਵਿਚਾਰਾਂ ਕਰਨੀਆਂ, ਇਹ ਗੁਣਾਂ ਨੂੰ ਗਾਉਣਾ ਹੁੰਦਾ ਹੈ। ਨਾਲ ਸ਼ੁਕਰਾਨਾ ਕਰਨਾ ਤੇ ਭਾਵਨਾ ਰੱਖਣੀ ਸਿੱਖਣਾ ਹੈ, ਵੰਡਣਾ ਹੈ। ਸੇ ਜਨ ਹਰ ਗੁਣ ਗਾਹੇ, ਕੌਣ ਗਾਉਂਦੇ ਨੇ? ਸੋ ਪ੍ਰਸੰਨ ਭਏ ਕੇਸਵਾ, ਕੇਸਵਾ ਲੰਬੇ ਲੰਬੇ ਕੇਸਾਂ ਵਾਲੇ ਵਾਹਿਗੁਰੂ ਜੀ। ਵਾਹਿਗੁਰੂ ਜੀ ਨੂੰ ਕੇਸਵਾ ਕਹਿ ਦਿੱਤਾ ਹੈ, ਜਿਹਦੇ ਤੇ ਖੁਸ਼ ਹੁੰਦੇ ਨੇ, ਜਿਹਨੂੰ ਬਖਸ਼ਿਸ਼ ਦਿੰਦੇ ਨੇ, ਉਹੀ ਤੁਰ ਸਕਦੇ ਨੇ ਇਸ ਮਾਰਗ ਤੇ। ਮਾਤ ਪਿਤਾ ਸੁਤ ਬੰਧਪ, ਤੂੰ ਮੇਰੇ ਪ੍ਰਾਣ ਆਧਾਰ। ਹੈ ਵਾਹਿਗੁਰੂ ਜੀ, ਤੁਸੀਂ ਮੇਰੇ ਆਤਮਿਕ ਜੀਵਨ ਜਿਉਣ ਵਾਸਤੇ ਜੋ ਲਗਨ, ਪਿਆਰ, ਜਜ਼ਬਾ, ਇਹ ਪ੍ਰਾਣ ਨੇ ਨਾ, ਤੇਰੇ ਉਪਦੇਸ਼, ਤੇਰਾ ਸੱਚਾ ਗਿਆਨ ਜੋ ਆਤਮਿਕ ਜੀਵਨ ਦੇ ਪ੍ਰਾਣ ਨੇ, ਉਹ ਓਟ ਆਸਰਾ ਹੈ। ਵਾਹਿਗੁਰੂ ਜੀ, ਤੁਸੀਂ ਹੀ ਮੇਰੇ ਮਾਤਾ ਪਿਤਾ ਸੁਤ ਬੰਧਪ। ਹੁਣ ਜੇ ਅੱਖਰੀ ਅਰਥ ਕਰਨੇ ਹੋਣ ਤਾਂ ਇੱਥੇ ਬੰਦਾ ਫਸੇਗਾ। ਦੇਖਿਓ ਤੁਸੀਂ, ਰਮਨ ਸਮਝਣੀ ਹੁੰਦੀ ਹੈ। ਇੱਥੇ ਕਿਹਾ ਗਿਆ ਤੁਸੀਂ ਹੀ ਮੇਰੀ ਮਾਂ, ਤੁਸੀਂ ਮੇਰੇ ਪਿਤਾ ਹੋ, ਤੁਸੀਂ ਮੇਰੇ ਰਿਸ਼ਤੇਦਾਰ ਹੋ, ਤੇ ਸੁੱਤ ਵੀ ਕਹਿ ਦਿੱਤਾ। ਹੁਣ ਇੱਦਾਂ ਥੋੜ੍ਹੀ ਹੋਏਗਾ ਕਿ ਆਪਾਂ ਕਹਾਂਗੇ ਰੱਬ ਮੇਰਾ ਪੁੱਤਰ ਹੈ। ਇੱਥੇ ਸੁੱਤ ਸ਼ਬਦ ਵਰਤਿਆ। ਇਹਦਾ ਅਰਥ ਹੈ ਕਿ ਜਿਵੇਂ ਮਾਤਾ ਪਿਤਾ, ਭੈਣ ਭਰਾ, ਪੁੱਤਰ ਧੀਆਂ ਨੇ ਨਾ, ਉਹਨਾਂ ਨੂੰ ਮੈਂ ਆਪਣੇ ਸਮਝਦਾ, ਉਸ ਤੋਂ ਕਿਤੇ ਵਾਹਿਗੁਰੂ ਜੀ ਤੁਸੀਂ ਹੀ ਮੇਰੇ ਹੋ ਸਭ ਕੁਛ। ਆਹ ਇਹਦਾ ਮਤਲਬ ਇਸ ਵਿੱਚੋਂ ਰਮਜ ਸਮਝ ਲਿਓ ਹੁਣ ਕਿ ਪਰਿਵਾਰ ਇੱਕ ਹਿੱਸਾ ਹੈ। ਪਰਿਵਾਰ ਲਈ, ਪੁੱਤਰਾਂ ਧੀਆਂ ਲਈ ਕੁਝ ਕਰਨਾ ਹੈ, ਠੀਕ ਹੈ, ਕਰਨਾ ਹੈ, ਜ਼ਿੰਮੇਵਾਰੀ ਹੈ, ਰੱਬ ਨੇ ਦਿੱਤੀ ਹੈ। ਇੱਕ ਰੱਬ ਨੇ ਦਿੱਤੀ ਹੈ, ਰੱਬ ਤੋਂ ਰਿਸ਼ਤੇ ਲਏ ਨੇ, ਇੱਕ ਗੁਰੂ ਤੋਂ ਰਿਸ਼ਤੇ ਲਏ ਨੇ, ਆਨੰਦ ਕਾਰਜ ਤੋਂ ਕਰਨਾ ਹੈ, ਜ਼ਿੰਮੇਵਾਰੀਆਂ ਨੇ, ਨਿਭਾਉਣਾ ਹੈ। ਪਰ ਇੱਕ ਰਿਸ਼ਤਾ ਮੇਰੇ ਵਾਹਿਗੁਰੂ ਨਾਲ ਹੈ, ਉਹਦੇ ਲਈ ਆਪਾਂ ਵਾਰਨਾ ਹੈ, ਉਹ ਨਾ ਰਹਿ ਜਾਵੇ, ਆਖੋ ਵਾਹਿਗੁਰੂ। ਤੇ ਬੈਲੈਂਸ ਬਣਾਉਣਾ ਇਹਦੇ ਲਈ। ਜਿਨ੍ਹਾਂ ਤੋਂ ਬੈਲੈਂਸ ਨਹੀਂ ਨਾ ਬਣਦਾ, ਉਲਝ ਜਾਂਦੇ ਨੇ, ਜਾਂ ਤਾਂ ਪਰਿਵਾਰਕ ਜ਼ਿੰਮੇਵਾਰੀਆਂ ਛੱਡ ਜਾਂਦੇ ਨੇ, ਜਾਂ ਫਿਰ ਗੁਰੂ ਦੀਆਂ ਜ਼ਿੰਮੇਵਾਰੀਆਂ ਛੱਡ ਜਾਂਦੇ ਨੇ। ਸਾਧ ਸੰਗ ਨਾਨਕ ਭਜੈ ਬਿਖ ਤਰਿਆ ਸੰਸਾਰ। ਗੁਰੂ ਦੀ ਸੰਗਤ, ਗੁਰੂ ਦਾ ਉਪਦੇਸ਼ ਸਮਝਣਾ, ਗੁਰੂ ਦੇ ਉਪਦੇਸ਼ ਰਾਹੀਂ ਸੋਚ ਸੁਭਾਅ ਦੀ ਪੜਚੋਲ ਕਰਨੀ, ਸੋਚ ਸੁਭਾਅ ਨੂੰ ਸੰਵਾਰਨਾ, ਸ਼ਿੰਗਾਰਨਾ, ਪ੍ਰੈਕਟੀਕਲ ਜਿਉਣਾ, ਇਹ ਗੁਰੂ ਦੀ ਸੰਗਤ ਹੈ।
ਜਿਹੜੇ ਗੁਰੂ ਦੀ ਸੰਗਤ ਕਰਕੇ ਜ਼ਿੰਦਗੀ ਨੂੰ ਭਜਨ ਬੰਦਗੀ ਬਣਾ ਲੈਂਦੇ ਨੇ, ਜ਼ਿੰਦਗੀ ਨੂੰ ਭਗਤੀ ਬਣਾ ਲੈਂਦੇ ਨੇ, ਉਹ ਜਿਹੜਾ ਦੁਨਿਆਵੀ ਡੋਬਣ ਵਾਲੀਆਂ ਜ਼ਹਿਰੀਲੀਆਂ ਲਹਿਰਾਂ ਨੇ ਨਾ ਸੰਸਾਰ ਸਮੁੰਦਰ ਦੀਆਂ, ਵਿਚਾਰਾਂ ਸੋਚਾਂ ਦੀਆਂ, ਉਹਦੇ ਤੋਂ ਤਰ ਜਾਂਦੇ ਨੇ। ਆਖੋ ਵਾਹਿਗੁਰੂ। ਕੁਸੰਗੀ ਪ੍ਰਭਾਵ, ਕੁਸੰਗੀ ਸੰਸਕਾਰ, ਬੇਕਾਰੀ ਬਿਰਤੀਆਂ, ਬੁਰੀਆਂ ਆਦਤਾਂ, ਇਹ ਭਵਜਲ ਹੈ, ਬਿਖ ਸੰਸਾਰ, ਇਹ ਤਰ ਲਿਆ ਉਹਨਾਂ ਨੇ, ਮੈਨੇਜ ਕਰ ਲਿਆ। ਆਖੋ ਵਾਹਿਗੁਰੂ। ਗੌੜੀ ਬੈਰਾਗਣ ਰਹੋਏ ਕੇ ਛੰਤ ਕੇ ਘਰ। ਆਹ ਦੁਬਾਰੇ ਪੜ੍ਹ ਕੇ ਦੇਖੋ। ਗੌੜੀ ਬੈਰਾਗਣ ਰਹੋਏ ਕੇ ਛੰਤ ਕੇ ਘਰ, ਮਹੱਲਾ ਪੰਜਵਾਂ। ਗੌੜੀ ਰਾਗ ਹੈ, ਬੈਰਾਗਣ ਗੌੜੀ ਦੀ ਕਿਸਮ ਹੈ। ਪੁਰਾਤਨ ਸਮਿਆਂ ਦੇ ਵਿੱਚ ਵਿਆਹਾਂ ਦੇ ਵਿੱਚ ਮਾਈਆਂ ਗੀਤ ਗਾਉਂਦੀਆਂ ਸੀ। ਉਹ ਗੀਤ ਦੀਆਂ ਦੋ ਰਮਜਾਂ ਹੁੰਦੀਆਂ ਸੀ। ਇੱਕ ਤਾਂ ਉਹਦੀ ਲੰਬੀ ਹੇਕ ਬਹੁਤ ਲੰਬੀ ਹੁੰਦੀ ਸੀ, ਅੱਜ ਵੀ ਕੁਛ ਮਾਈਆਂ ਗਾਉਂਦੀਆਂ ਨੇ, ਬੜੀ ਲੰਬੀ ਹੇਕ ਹੁੰਦੀ ਹੈ ਉਹਦੀ, ਅਤੇ ਉਹਦੇ ਜਿਹੜੀ ਟੇਕ ਹੈ ਉਹਨੂੰ ਬਾਰ-ਬਾਰ ਗਾਇਆ ਜਾਂਦਾ ਹੈ। ਉਹਨੂੰ ਰੋਹੋਏ ਕੇ ਛੰਤ ਕਹਿੰਦੇ ਸੀ। ਤਾਲ ਦੇ ਵਜ਼ਨ ਅਨੁਸਾਰ ਜਿਸ ਘਰ ਵਿੱਚ ਉਹ ਰੋਹੋਏ ਕੇ ਛੰਤ ਗਾਏ ਜਾਂਦੇ ਨੇ, ਉਸ ਤਰੀਕੇ ਨਾਲ ਸ਼ਬਦ ਨੂੰ ਗਾਉਣਾ ਹੈ। ਇਹ ਰਾਗੀ ਸਿੰਘਾਂ ਲਈ ਪੰਜਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇਹ ਸ਼ਬਦ ਹੈ। ਸਟਾਰਟਿੰਗ ਤੇ ਮੂਲ ਮੰਤਰ ਦਾ ਸੰਖੇਪ ਸਰੂਪ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਸਰੂਪ ਦੀ ਕਿਰਪਾ ਹੋਵੇ ਤੇ ਵਾਹਿਗੁਰੂ ਜੀ ਦਾ ਮਿਲਾਪ, ਵਾਹਿਗੁਰੂ ਜੀ ਦੇ ਦੀਦਾਰ, ਵਾਹਿਗੁਰੂ ਜੀ ਦਾ ਮਾਰਗ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਕੋਈ ਰਾਮ ਪਿਆਰੋ ਗਾਵੈ, ਕੋਈ ਵਿਰਲਾ ਜੋ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਪਿਆਰ ਨੂੰ ਗਾਉਣਾ ਸਿੱਖਦਾ ਹੈ, ਗੁਣਾਂ ਨੂੰ ਗਾਉਣਾ ਸਿੱਖਦਾ ਹੈ। ਸਰਬ ਕਲਿਆਣ ਸੁਖ ਸੱਚ ਪਾਵੈ ਰਹਾਓ। ਉਹ ਸਮਝ ਲਓ ਹਰ ਤਰ੍ਹਾਂ ਦੀ ਖੁਸ਼ੀ, ਸਭ ਤੋਂ ਵੱਡੀ ਖੁਸ਼ੀ ਆਤਮਿਕ ਖੁਸ਼ੀ, ਆਤਮਿਕ ਆਨੰਦ, ਸਰਬ ਕਲਿਆਣ, ਆਤਮਿਕ ਸੁੱਖ ਪਾ ਲੈਂਦਾ ਹੈ ਸੱਚ ਦੇ ਮਾਰਗ ਤੇ ਤੁਰ ਕੇ, ਤੇ ਸੱਚ ਦੇ ਮਾਰਗ ਨੂੰ ਪਾ ਲੈਂਦਾ ਹੈ। ਅੰਦਰ ਇੱਕ ਅਰਦਾਸ ਹੈ, ਕੋਈ ਮੈਨੂੰ ਇਹ ਸਿਖਾਵੇ। ਜਿੰਨਾ ਚਿਰ ਪਿਆਸ ਨਹੀਂ ਨਾ ਬਣਦੀ, ਤੁਸੀਂ ਕੁਛ ਵੀ ਸਿੱਖਣਾ ਹੈ ਬਖਸ਼ਿਸ਼ ਦੇ ਪਾਤਰ ਬਣਨ ਵਾਸਤੇ, ਸਿੱਖਣ ਦਾ ਸੋਰਸ ਤੁਹਾਡੇ ਸਾਹਮਣੇ ਹੋਏਗਾ। ਤੁਹਾਡੇ ਅੰਦਰ ਤੜਫ ਨਹੀਂ ਨਾ, ਪਿਆਸ ਨਹੀਂ, ਤੇ ਤੁਹਾਨੂੰ ਕਦਰ ਨਹੀਂ ਹੋਏਗੀ। ਆਖੋ ਵਾਹਿਗੁਰੂ। ਤੁਸੀਂ ਲਾਹਾ ਨਹੀਂ ਠਾ ਸਕੋਗੇ। ਅੱਜ ਗੁਰਬਾਣੀ ਗ੍ਰੈਮਰ ਸਿੱਖਣੀ ਹੋਵੇ, ਬਹੁਤ ਘੱਟ ਪਿਆਰੇ ਨੇ ਜਿਹੜੇ ਗੁਰਬਾਣੀ ਗ੍ਰੈਮਰ ਸਿਖਾ ਸਕਦੇ ਨੇ। ਹਰ ਇੱਕ ਦੇ ਵੱਸ ਦੀ ਖੇਡ ਨਹੀਂ। ਉਹ ਜਿੱਥੇ ਵੀ ਹਨ, ਕਿਸੇ ਸੰਸਥਾ ਵਿੱਚ ਹਨ, ਕਿਸੇ ਪਿੰਡ ਸ਼ਹਿਰ ਵਿੱਚ ਹਨ, ਅੱਗੋਂ ਕੋਈ ਸਿੱਖਣ ਦਾ ਚਾਹਵਾਨ ਹੀ ਨਹੀਂ ਤੇ ਉਹ ਲਾਹਾ ਨਹੀਂ ਲੈ ਸਕਣਗੇ। ਆਖੋ ਵਾਹਿਗੁਰੂ। ਉਹਨਾਂ ਨੂੰ ਕਦਰ ਹੀ ਨਹੀਂ ਹੋਏਗੀ, ਪਰਖ ਹੀ ਨਹੀਂ ਹੋਏਗੀ, ਕਿਉਂਕਿ ਚਾਹਤ ਨਹੀਂ। ਇਸ ਲਈ ਅੰਦਰ ਪਿਆਸ ਚਾਹੀਦੀ ਹੈ। ਪਿਆਸ ਕਿਹੜੀ? ਬਨ ਬਨ ਖੋਜਤ ਫਿਰਤ ਬੈਰਾਗੀ। ਵਾਹਿਗੁਰੂ ਜੀ ਮੇਰੀ ਮੱਤ ਲੱਭਦੀ ਹੈ, ਕੋਈ ਮੈਨੂੰ ਸਿਖਾਵੇ। ਗੁਰੂ ਨੂੰ ਲੱਭਦੀ ਹੈ। ਬੈਰਾਗੀ ਹੈ, ਅੰਦਰ ਬੈਰਾਗ ਪੈਦਾ ਹੋਇਆ, ਪੇਨ ਆਫ ਲਵ, ਪੀੜਾ ਪੈਦਾ ਹੋਈ ਹੈ, ਦਰਦ। ਬਿਰਲੇ ਕਾਹੂ ਏਕ ਲਿਵ ਲਾਗੀ। ਐਸੇ ਬਿਰਲੇ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਲਿਵ ਲੱਗੀ ਹੈ। ਜਿਨ ਹਰ ਪਾਇਆ ਸੇ ਵਡ ਭਾਗੀ। ਉਹਨਾਂ ਦੀ ਸੋਚ ਸੁਭਾਅ ਦੇ ਭਾਗ ਉੱਚੇ ਹੁੰਦੇ ਨੇ, ਵੱਡੇ ਹੁੰਦੇ ਨੇ, ਉੱਚੇ ਖਿਆਲ, ਉੱਚੀ ਸੋਚ। ਉਹ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਪਾ ਲੈਂਦੇ ਨੇ। ਆਖੋ ਵਾਹਿਗੁਰੂ। ਹਰ ਵਰਤਾਰੇ ਵਿੱਚੋਂ ਉਹ ਰੱਬ ਨੂੰ ਗਿਆਨ ਦੇ ਰੂਪ ਵਿੱਚ ਦੇਖਦੇ ਨੇ, ਗੁਣਾਂ ਦੇ ਰੂਪ ਵਿੱਚ ਦੇਖਦੇ ਨੇ, ਨਿਜ਼ਮ ਦੇ ਰੂਪ ਵਿੱਚ ਦੇਖਦੇ ਨੇ। ਜਿਨ੍ਹਾਂ ਨੂੰ ਪੂਰਾ ਗੁਰੂ ਨਹੀਂ ਮਿਲਿਆ, ਪੂਰਾ ਉਪਦੇਸ਼ ਨਹੀਂ ਮਿਲਿਆ, ਜਿਨ੍ਹਾਂ ਨੂੰ ਰੱਬੀ ਗਿਆਨ, ਰੱਬੀ ਉਪਦੇਸ਼ ਨਹੀਂ ਮਿਲਿਆ, ਉਹ ਯਤਨ ਤੇ ਕਰਦੇ ਰਹੇ ਪਰ ਪ੍ਰਾਪਤੀ ਨਾ ਹੋਈ। ਬ੍ਰਹਮਾਦਿਕ ਸਨਕਾਦਿਕ ਚਾਹੈ, ਬ੍ਰਹਮਾ ਆਦਿਕ ਦੇਵਤੇ, ਸਨਕ ਸਨੰਦਨ ਜੀ ਵਰਗੇ। ਜੋਗੀ ਜਤੀ ਸਿੱਧ ਹਰ ਆਹੈ, ਜੋਗੀ ਜਤੀ ਸਿੱਧ ਰੱਬ ਦੀ ਪ੍ਰਾਪਤੀ ਦੇ ਲਈ ਕਰਮ ਕਰਦੇ ਰਹੇ, ਪਰ
ਜਿਸ ਹੈ ਪ੍ਰਾਪਤ ਸੋ ਹਰ ਗੁਣ ਗਾਹੈ। ਕਰਦੇ ਰਹੇ, ਪਰ ਗੁਣਾਂ ਦੀਆਂ ਵਿਚਾਰਾਂ ਕਰਨੀਆਂ, ਗੁਣਾਂ ਨੂੰ ਪਰਉਪਕਾਰ ਲਈ ਵਰਤਣਾ, ਗੁਣਾਂ ਨੂੰ ਜ਼ਿੰਦਗੀ ਜਿਉਣਾ, ਇਹ ਉਹੀ ਪ੍ਰਾਪਤ ਕਰ ਗਏ ਜਿਨ੍ਹਾਂ ਨੂੰ ਪੂਰੇ ਗੁਰੂ ਦੇ ਪੂਰੇ ਉਪਦੇਸ਼ ਮਿਲੇ। ਉਪਦੇਸ਼ ਤੋਂ ਉਹਨਾਂ ਨੇ ਪ੍ਰਾਪਤੀ ਕੀਤੀ। ਤਾਂ ਕਿ ਸ਼ਰਨ ਜਿਨ ਵਿਸਰਤ ਨਾਹੀਂ, ਉਹਦੀ ਸ਼ਰਨ ਪਏ ਜਿਹਨੂੰ ਕਦੀ ਵਿਸਰਿਆ ਹੀ ਨਹੀਂ, ਉਹ ਗੁਰੂ ਸਾਹਿਬ ਨੇ, ਭਗਤ ਨੇ, ਭੱਟ ਨੇ। ਵੱਡ ਭਾਗੀ ਹਰ ਸੰਤ ਮਿਲਾਹੀ, ਵਾਹਿਗੁਰੂ ਜੀ ਨੇ ਕਿਰਪਾ ਕੀਤੀ। ਅੰਦਰ ਸੋਚ ਵਿਚਾਰ ਉੱਚੇ ਹੋਏ, ਅੰਦਰ ਭਾਗ ਵੱਡੇ ਹੋਏ, ਤੇ ਗੁਰੂ ਰੂਪੀ ਸੰਤ ਦਾ ਮਿਲਾਪ ਹੋਇਆ। ਆਖੋ ਵਾਹਿਗੁਰੂ। ਤੇ ਗੁਰੂ ਪਾਤਸ਼ਾਹ ਨੇ ਸਿਖਾ ਦਿੱਤਾ, ਜਨਮ ਮਰਨ ਤੇ ਮੂਲੇ ਨਾਹੀਂ। ਗੁਰੂ ਸਾਹਿਬ ਆਪ, ਗੁਰੂ ਸਾਹਿਬ ਦੇ ਅੰਦਰ ਗੁਣਾਂ ਦਾ ਮਰਨਾ ਤੇ ਔਗੁਣਾਂ ਦਾ ਜਨਮ ਲੈਣਾ, ਜਨਮ ਮਰਨ ਨਹੀਂ ਸੀ। ਉਹਨਾਂ ਨੇ ਆਪਣੇ ਗੁਰਸਿੱਖਾਂ ਨੂੰ ਵੀ ਇਸ ਜਨਮ ਮਰਨ ਤੋਂ ਬਚਣ ਦੇ ਉਪਦੇਸ਼ ਦੇ ਕੇ ਜ਼ਿੰਦਗੀ ਜਿਉਣੀ ਸਿਖਾਈ। ਕਰ ਕਿਰਪਾ ਮਿਲ ਪ੍ਰੀਤਮ ਪਿਆਰੇ, ਹੈ ਵਾਹਿਗੁਰੂ ਜੀ, ਮੇਰੇ ਪਿਆਰੇ ਪ੍ਰੀਤਮ ਜੀਓ, ਕਿਰਪਾ ਕਰੋ ਮੇਰੇ ਤੇ, ਬਖਸ਼ਿਸ਼ ਕਰੋ। ਅਰਦਾਸ ਸਿਖਾਈਏ ਸਾਨੂੰ, ਬਿਨੋ ਸੁਨੋ ਪ੍ਰਭ ਊਚ ਉਪਾਰੇ। ਇਹ ਊਚ ਉਪਾਰ ਵਾਹਿਗੁਰੂ ਜੀ, ਸਾਡੀ ਬੇਨਤੀ ਸੁਣੋ। ਨਾਨਕ ਮੰਗਤ ਨਾਮ ਆਧਾਰੇ। ਵਾਹਿਗੁਰੂ ਜੀ, ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਦਾ ਆਸਰਾ ਮੰਗਦਾ ਹਾਂ। ਆਖੋ ਵਾਹਿਗੁਰੂ। ਗਿਆਨ ਰੂਪੀ ਨਾਮ ਦਾ ਆਸਰਾ ਕੀ ਹੈ? ਮੰਨਣ ਦੀ ਭਾਵਨਾ, ਗੁਰੂ ਦੇ ਉਪਦੇਸ਼ ਰਾਹੀਂ ਸੋਚ ਸੁਭਾਅ ਨੂੰ ਪਰਚੋਲਣ ਦੀ ਯੋਗਤਾ ਆ ਜਾਵੇ, ਇਹ ਆਸਰਾ ਹੈ। ਸੰਵਾਰਨ ਦੀ ਯੋਗਤਾ ਆ ਜਾਵੇ, ਸ਼ਿੰਗਾਰਨ ਦੀ ਯੋਗਤਾ ਆ ਜਾਵੇ ਸੋਚ ਦੇ ਸੁਭਾਅ ਨੂੰ, ਇਹ ਆਸਰਾ ਹੈ। ਪ੍ਰੈਕਟੀਕਲ ਜਿਉਣ ਦੀ ਯੋਗਤਾ ਆ ਜਾਵੇ, ਇਹ ਮੰਗਿਆ ਗਿਆ ਵਾਹਿਗੁਰੂ ਜੀ ਦੇ ਅੱਗੇ। ਸ਼ੁਕਰ ਵਾਹਿਗੁਰੂ ਜੀ ਦਾ। ਸਹਿਜੇ ਸਹਿਜੇ ਅਰਥਾਂ ਸਮੇਤ ਪਾਠ ਕਰਦੇ ਹਾਂ। 203 ਅੰਗ ਤੇ ਪਹੁੰਚੇ ਹਾਂ। ਨਿਤਾ ਪ੍ਰਤੀ ਗੁਰੂ ਖਜ਼ਾਨਾ ਵੰਡਣ ਵਾਸਤੇ ਵੀਡੀਓ ਰਾਹੀਂ ਤੁਹਾਡੇ ਘਰ ਪਹੁੰਚਦਾ। ਤੁਸੀਂ ਪੜਚੋਲ ਕਰੋ, ਤੁਹਾਡੇ ਘਰ ਦਾ ਹਰ ਮੈਂਬਰ ਨਿਰੰਤਰ ਅਰਥਾਂ ਸਮੇਤ ਸਹਿਜ ਪਾਠ ਕਰਨ ਲੱਗ ਪਿਆ, ਜਾਂ ਕੋਈ ਪਰਿਵਾਰ ਦਾ ਮੈਂਬਰ ਹਲੇ ਰਹਿੰਦਾ ਹੈ। ਅਰਦਾਸ ਕਰੋ ਵਾਹਿਗੁਰੂ ਦੇ ਅੱਗੇ, ਗੁਰੂ ਦੇ ਅੱਗੇ, ਪ੍ਰੇਰਨਾ ਦਿਓ ਉਸ ਨੂੰ। ਪਿਆਰ ਵਿੱਚ ਭਿੱਜ ਕੇ ਅਰਦਾਸ ਕਰੋ ਤੇ ਪਿਆਰ ਵਿੱਚ ਭਿੱਜ ਕੇ ਹੀ ਪ੍ਰੇਰਨਾ ਦਿਓ। ਅਰਦਾਸ ਬਖਸ਼ਿਸ਼ ਬਣੇਗੀ, ਪ੍ਰੇਰਨਾ ਸੇਵਾ ਬਣੇਗੀ। ਆਖੋ ਵਾਹਿਗੁਰੂ। ਫਿਰ ਨਜ਼ਰ ਮਾਰੋ ਆਪਣੀਆਂ ਭੈਣਾਂ ਦੇ ਘਰ, ਭਰਾਵਾਂ ਦੇ ਘਰ, ਚਾਚੇ ਤਾਏ ਦੇ ਘਰ ਵਿੱਚ, ਮਾਮੇ ਭੂਆ ਦੇ ਘਰ ਵਿੱਚ। ਕੋਈ ਰਹਿ ਤਾਂ ਨਹੀਂ ਗਿਆ। ਅਰਥਾਂ ਸਮੇਤ ਸਹਿਜ ਪਾਠ ਕਰਦੇ ਹਾਂ। ਪ੍ਰੇਰਨਾ ਦਿਓ। ਸਿੱਖ ਪਰਉਪਕਾਰੀ ਹੁੰਦਾ ਹੈ। ਸਿੱਖ ਸਰਬੱਤ ਦੇ ਭਲੇ ਲਈ ਯਤਨ ਕਰਦਾ ਹੈ, ਕੇਵਲ ਕਹਿੰਦਾ ਨਹੀਂ, ਯਤਨ ਕਰਦਾ। ਭਾਵੇਂ ਕਰਮਕਾਂਡ ਵਾਲਿਆਂ ਨੇ ਸਾਨੂੰ ਇਹ ਸਿਖਾਇਆ ਵੀ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਜੀ, ਸਰਬੱਤ ਦੇ ਭਲੇ ਲਈ ਅਖੰਡ ਪਾਠ ਕਰੀਏ ਜੀ। ਨਹੀਂ, ਭਲਾ ਕਰਿਆ ਜਾਂਦਾ ਹੁੰਦਾ ਹੈ, ਭਲਾ ਮੰਗਿਆ ਜਾਂਦਾ ਹੈ ਗੁਰੂ ਪਾਤਸ਼ਾਹ ਤੋਂ। ਇਹ ਤਾਂ ਜੱਚਦੀ ਸੀ ਗੱਲ ਵੀ ਆਓ ਅਰਦਾਸ ਕਰੀਏ, ਮੰਗੀਏ ਕਿ ਸਾਨੂੰ ਸਾਰਿਆਂ ਨੂੰ ਭਲਾ ਕਰਨਾ ਆ ਜਾਵੇ, ਪਰਉਪਕਾਰ ਕਰਨਾ ਆ ਜਾਵੇ। ਪਰਉਪਕਾਰ ਕੀਤਾ ਜਾਂਦਾ ਹੈ, ਗੁਰੂ ਤੋਂ ਮੰਗਿਆ ਜਾਂਦਾ ਹੈ। ਯਤਨ ਕਰੋ ਆਪਣੇ ਆਪਣੇ ਰਿਸ਼ਤੇ ਸ਼ਰੀਕੇ ਵਿੱਚ। ਤੁਹਾਡੇ ਮਿੱਤਰ ਕਿੰਨੇ ਨੇ? ਕਿਹਨਾਂ ਨਾਲ ਤੁਹਾਡੀ ਉੱਠਣੀ ਬੈਠਣੀ ਹੈ? ਉਹਨਾਂ ਸਾਰਿਆਂ ਨੂੰ ਪ੍ਰੇਰਿਤ ਕਰੋ ਅਰਥਾਂ ਸਮੇਤ ਸਹਿਜ ਪਾਠ ਕਰਨ ਲਈ। ਸੋਚ ਕੇ ਦੇਖੋ, ਜੇ ਤੁਹਾਡੇ ਸਾਰੇ ਸ਼ਰੀਕੇ ਵਿੱਚ, ਸਾਰੇ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਸਾਰੇ ਮੈਂਬਰ ਸਹਿਜ ਪਾਠ ਕਰਨਗੇ, ਤੁਹਾਡੇ ਬੱਚਿਆਂ ਨੂੰ ਇੱਕ ਮਾਹੌਲ ਮਿਲੇਗਾ। ਜੇ ਤੁਹਾਡਾ ਦਾਇਰਾ ਇਸ ਤਰ੍ਹਾਂ ਦਾ ਹੈ, ਤੁਹਾਡੇ ਸ਼ਰੀਕੇ ਵਿੱਚ, ਤੁਹਾਡੇ ਮਿੱਤਰਾਂ ਦੋਸਤਾਂ 'ਚ ਕੋਈ ਗੁਰਬਾਣੀ ਪੜ੍ਹਦਾ ਨਹੀਂ, ਸਿੱਖੀ ਨਹੀਂ, ਗੁਰਮਤ ਨਹੀਂ, ਉਹਦਾ ਅਸਰ ਤੁਹਾਡੇ ਬੱਚਿਆਂ 'ਤੇ ਪੈਂਦਾ ਹੈ। ਤੁਹਾਡੇ ਬੱਚੇ ਉਹਨਾਂ ਦੇ ਬੱਚਿਆਂ ਨਾਲ ਖੇਡਦੇ ਨੇ, ਉਹਨਾਂ ਦੀ ਰੀਸ ਕਰਦੇ ਨੇ। ਤੇ ਜੇ ਸਾਰਿਆਂ ਦੇ ਘਰਾਂ ਵਿੱਚ ਅਰਥਾਂ ਸਮੇਤ ਸਹਿਜ ਪਾਠ ਹੋਏਗਾ, ਉਹਦਾ ਅਸਰ ਸਾਡੇ ਬੱਚਿਆਂ 'ਤੇ ਵੀ ਪਵੇਗਾ। ਘਰ ਘਰ ਵਿੱਚ ਸੰਦੇਸ਼ ਲੈ ਕੇ ਜਾਣੇ ਨੇ। ਜਿਤਨਾ ਕਿ ਮੇਰਾ ਬਿੱਤ ਹੈ, ਜਿਤਨੀ ਕਿ ਗੁਰੂ ਪਾਤਸ਼ਾਹ ਨੇ ਦਾਤ ਬਖਸ਼ੀ ਹੈ, ਕਲਾ ਬਖਸ਼ੀ ਹੈ, ਮੈਂ ਉਤਨਾ ਕਿ ਯਤਨ ਕਰੀ ਜਾ ਰਿਹਾ। ਤੁਸੀਂ ਆਪਣੇ ਬਿੱਤ ਅਨੁਸਾਰ ਯਤਨ ਕਰੋ।
ਪ੍ਰੇਰਣਾ ਦਿਓ। ਬੜਾ ਸੌਖਾ, ਅੱਜ ਮਾਡਰਨ ਯੁੱਗ ਹੈ। ਵਟਸਐਪ ਦਾ ਸਹਾਰਾ ਲਓ, ਫੇਸਬੁੱਕ ਦਾ ਸਹਾਰਾ ਲਓ, ਟਵਿੱਟਰ ਦਾ ਸਹਾਰਾ ਲਓ, SMS ਮੈਸੇਜ ਕਰੋ, ਈਮੇਲ ਕਰੋ, ਫੋਨ ਕਾਲ ਕਰੋ। ਜੇ ਤੁਸੀਂ ਇਸ ਤਰ੍ਹਾਂ ਪਰਉਪਕਾਰ ਬਣਾ ਲਵੋ ਕਿ ਮੈਂ 10 ਜਾਣਿਆਂ ਨੂੰ ਜ਼ਰੂਰ ਕਾਲ ਕਰਕੇ ਪ੍ਰੇਰਿਤ ਕਰਿਆ ਕਰਾਂ, ਹਰ ਹਫ਼ਤੇ ਸਹਿਜ ਪਾਠ ਕਰੋ, ਅਰਥਾਂ ਸਮੇਤ ਸਹਿਜ ਪਾਠ ਕਰੋ। ਗੁਰੂ ਦੇ ਮਾਰਗ ਤੇ, ਗੁਰੂ ਦੇ ਢੀਠ ਮੰਗ ਤੇ ਬਣ ਜਾਈਏ ਦਾਤ ਲੈਣ ਵਾਸਤੇ। ਹਫ਼ਤੇ ਬਾਅਦ ਫਿਰ ਫੋਨ ਕਰਕੇ ਪੁੱਛੋ, ਸਹਿਜ ਪਾਠ ਸ਼ੁਰੂ ਕਰ ਲਿਆ? ਤੁਸੀਂ ਦੇਖੋਗੇ ਜਦੋਂ ਤੁਸੀਂ ਪ੍ਰੇਰਨਾ ਦੇਣੀ ਕੰਟੀਨਿਊ ਪ੍ਰੋਸੈਸ ਰੱਖੋਗੇ ਨਾ, ਇਹ ਸਮਝ ਕੇ ਮੈਂ ਪਰਉਪਕਾਰੀ ਬਣਨਾ ਹੈ, ਮੈਂ ਗੁਰੂ ਲਈ ਆਪਾ ਵਾਰਨਾ ਹੈ, ਤੁਸੀਂ ਦੇਖੋਗੇ ਤੁਹਾਡੀ ਇੱਕ ਗਿਣਤੀ ਬਣ ਜਾਏਗੀ। ਤੁਹਾਨੂੰ ਕੋਈ ਪੁੱਛੇਗਾ ਨਾ, ਤੁਸੀਂ ਅਰਥਾਂ ਸਮੇਤ ਸਹਿਜ ਪਾਠ ਕਰਦੇ ਹੋ? ਜੀ ਹਾਂ, ਕਰਦੇ ਹਾਂ। ਪਹਿਲਾ ਸਵਾਲ। ਦੂਸਰਾ, ਤੁਹਾਡੇ ਪਰਿਵਾਰ ਦੇ ਮੈਂਬਰ ਕਿੰਨੇ ਕਰਦੇ ਨੇ? ਇੱਕ ਗਿਣਤੀ ਬਣੇਗੀ, ਇੰਨੇ ਮੈਂਬਰ ਕਰਦੇ ਨੇ। ਦੂਸਰਾ, ਜਦੋਂ ਪੁੱਛਿਆ ਜਾਏਗਾ ਤੁਸੀਂ ਕਿੰਨੇ ਜਾਣਿਆਂ ਨੂੰ ਅਰਥਾਂ ਸਮੇਤ ਸਹਿਜ ਪਾਠ ਕਰਨ ਵਾਸਤੇ ਪ੍ਰੇਰਿਤ ਕੀਤਾ ਹੈ, ਤਾਂ ਇੱਕ ਗਿਣਤੀ ਬਣੇਗੀ, ਇੰਨੇ ਜਾਣਿਆਂ ਨੂੰ ਪ੍ਰੇਰਿਤ ਕੀਤਾ ਹੈ। ਜਿਨ੍ਹਾਂ ਨੂੰ ਤੁਸੀਂ ਪ੍ਰੇਰਿਤ ਕੀਤਾ ਹੈ, ਉਹਨਾਂ 'ਚੋਂ ਕਿੰਨੇ ਜਾਣਿਆਂ ਨੇ ਸਹਿਜ ਪਾਠ ਸ਼ੁਰੂ ਕਰ ਲਿਆ, ਇੱਕ ਗਿਣਤੀ ਬਣੇਗੀ, ਇੰਨੇ ਜਾਣਿਆਂ ਨੇ ਸਹਿਜ ਪਾਠ ਸ਼ੁਰੂ ਕਰ ਲਿਆ। ਉਹ ਜਿਹੜੀ ਗਿਣਤੀ ਹੋਏਗੀ ਨਾ, ਉਹ ਬਖਸ਼ਿਸ਼ ਦੀ ਝੋਲੀ ਹੋਏਗੀ। ਆਖੋ ਵਾਹਿਗੁਰੂ। ਸੁਖਮਨੀ ਸਾਹਿਬ ਦੀ ਪੰਕਤੀ ਯਾਦ ਰੱਖਿਓ, ਸੋ ਕਿਉਂ ਬਿਸਰਾ ਜੇ ਘਾਲ ਨਾ ਪਾਨਾ ਹੈ। ਉਹ ਸਾਡੀ ਕੀਤੀ ਹੋਈ ਮਿਹਨਤ ਨੂੰ ਅਜਾਈ ਨਹੀਂ ਜਾਣ ਦਿੰਦੇ। ਕਿਸ ਤਰੀਕੇ ਨਾਲ ਉਹਨਾਂ ਨੇ ਫਲ ਦੇਣਾ ਹੈ, ਕਿਸ ਤਰੀਕੇ ਨਾਲ ਬਖਸ਼ਿਸ਼ ਦੇਣੀ, ਇਹ ਵਾਹਿਗੁਰੂ ਜੀ ਜਾਣਨ। ਪ੍ਰੇਰਣਾ ਦੇਣੀ ਹਰ ਗੁਰਸਿੱਖ ਦਾ ਫਰਜ਼ ਹੈ। ਤੁਹਾਡੀ ਸਾਡੀ ਪ੍ਰੇਰਣਾ ਰੰਗ ਲਿਆਏਗੀ। ਜੇ ਘਰ ਘਰ ਅੰਦਰ ਧਰਮਸ਼ਾਲ ਦਾ ਕਰਿਸ਼ਮਾ ਦੇਖਣਾ ਚਾਹੁੰਦੇ ਹਾਂ, ਬਾਬੇ ਨਾਨਕ ਦਾ ਇਹ ਸੁਪਨਾ ਸੀ, ਘਰ ਘਰ ਅੰਦਰ ਧਰਮਸ਼ਾਲ, ਤਾਂ ਫਿਰ ਸਾਨੂੰ ਹਰ ਘਰ ਵਿੱਚ ਗੁਰਬਾਣੀ, ਹਰ ਕੋਈ ਅਰਥਾਂ ਸਮੇਤ ਸਹਿਜ ਪਾਠ ਕਰੇ। ਇਹ ਸੰਦੇਸ਼ ਘਰ ਘਰ ਤੱਕ ਲਿਜਾਣਾ ਪਵੇਗਾ। ਅਸੀਂ ਲੰਗਰ ਵਰਤਾਉਣ ਨੂੰ ਕਹਿੰਦੇ ਹਾਂ ਨਾ, ਕਿ ਬਾਬੇ ਨਾਨਕ ਦਾ ਮਿਸ਼ਨ ਹੈ। ਕਿ ਬਾਬੇ ਨਾਨਕ ਦਾ ਮਿਸ਼ਨ ਘਰ ਘਰ ਵਿੱਚ ਧਰਮਸ਼ਾਲਾ ਵੀ ਸੀ। ਅੱਜ ਹਰ ਘਰ ਵਿੱਚ ਗੁਰਬਾਣੀ ਨਹੀਂ ਹੈ। ਇਹ ਪਹੁੰਚਾਈ ਜਾ ਸਕਦੀ ਹੈ। ਐਸੇ ਸੁਪਨੇ ਨੂੰ ਲੈ ਕੇ ਇਹ ਸ਼ੁਰੂ ਕੀਤੀ ਸੀ ਸੇਵਾ, ਸਫਲ ਹੋ ਰਹੀ ਹੈ। ਬਹੁਤ ਪ੍ਰਾਣੀ ਜੁੜ ਰਹੇ ਨੇ, ਜਿਹੜੇ ਰਹਿੰਦੇ ਨੇ ਉਹਨਾਂ ਨੂੰ ਜੋੜਦੇ ਰਹਿਣਾ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।